ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਵੇਲੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹੁਣ ਦੀਆਂ ਕੁਝ ਵੱਡੀਆਂ ਖਬਰਾਂ ਦੇ ਬਾਰੇ, ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਦੇ ਬਾਰੇ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ ਆਇਆ, ਕੀ ਕੁਝ ਕਿਹਾ ਉਹਨਾਂ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। 3 ਸੰਸਦਾਂ ਦੇ ਖਿਲਾਫ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਕਿਹੜੇ ਨੇ ਉਹ ਸੰਸਦ ਤੇ ਕਿਉਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਉਹਦੇ ਬਾਰੇ ਕਰਾਂਗੇ ਗੱਲਬਾਤ। ਤੇ ਤੀਜੀ ਖਬਰ ਜਿਹੜੀ ਹੈਗੀ ਆ, 26 ਜਨਵਰੀ ਨੂੰ ਹਿੰਸਾ ਹੋਈ ਸੀ, ਉਸ ਮਾਮਲੇ ਦੇ ਵਿੱਚ ਦੀਪ ਸਿੱਧੂ ਤੇ ਪਰਚਾ ਦਰਜ ਕੀਤਾ ਗਿਆ ਸੀ ਤੇ ਹੁਣ ਦੀਪ ਸਿੱਧੂ ਦੇ ਉੱਪਰ 1 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਗਿਆ ਜਿਹੜਾ ਉਹਦੀ ਸੂਚਨਾ ਦਊਗਾ ਗ੍ਰਿਫਤਾਰੀ ਦੇ ਲਈ। ਤਾਂ ਉਸ ਤੋਂ ਬਾਅਦ ਤੁਰੰਤ ਬਾਅਦ ਦੀਪ ਸਿੱਧੂ ਲਾਈਵ ਹੁੰਦੇ ਨੇ ਤੇ ਵੱਡੀਆਂ ਵੱਡੀਆਂ ਧਮਕੀਆਂ ਦਿੰਦੇ ਨੇ। ਇਹਨਾਂ ਖਬਰਾਂ ਦੇ ਉੱਪਰ ਕਰਾਂਗੇ ਵਿਚਾਰ ਚਰਚਾ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕ ਨਾਥ ਟੀਵੀ ਤੇ। थैंक यू सुखविंदर एंड वेरी गुड मॉर्निंग और साढ़े सारे दर्शकों का भी बहुत बहुत स्वागत। ਭੋਗਲ ਸਾਹਿਬ, ਸਭ ਤੋਂ ਪਹਿਲਾਂ ਗੱਲਬਾਤ ਕਰੀਏ ਨਰਿੰਦਰ ਤੋਮਰ ਦੀ, ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਜਿਹੜੇ ਹੈਗੇ ਆ ਕਿਸਾਨ ਨੇ। ਬੇਸ਼ੱਕ ਕੱਲ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਉਹਨਾਂ ਨੂੰ ਰਾਹਤ ਦਿੱਤੀ ਗਈ ਹੋਵੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਹੋਵੇ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦਾ ਜਿੰਨਾ ਵੀ ਜਿਹੜਾ ਹੈਗਾ ਕਰਜ਼ ਹੈਗਾ ਉਹ ਪੰਜਾਬ ਸਰਕਾਰ ਦੇਵੇਗੀ, ਪੰਜਾਬ ਸਰਕਾਰ ਆਪਣੇ ਵੱਲੋਂ ਉਹਨਾਂ ਨੂੰ ਮਾਫੀ ਦੇ ਦੇਵੇਗੀ। ਤੇ ਪਰ ਹੁਣ ਜਿਹੜਾ ਹੈਗਾ ਮੁਆਵਜ਼ਾ ਦੇਣ ਦੀ ਗੱਲ ਕੇਂਦਰ ਸਰਕਾਰ ਤੋਂ ਮੰਗ ਰੱਖੀ ਗਈ ਸੀ ਤਾਂ ਨਰਿੰਦਰ ਤੋਮਰ ਦੇ ਵੱਲੋਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਜਾਂ ਜੋ ਖੁਦਕੁਸ਼ੀ ਕਰਕੇ ਜਾਂ ਕੋਈ ਵੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰਾਹਤ ਦੇਣ ਦੀ ਜਾਂ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਦੇਣ ਦੀ ਤਜਵੀਜ਼ ਨਹੀਂ ਹੈ। ਤਾਂ ਕਿਵੇਂ ਦੇਖਦੇ ਹੋ ਇਸ ਨਿਰਦਈ ਪੁਣੇ ਨੂੰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਦੇ? देखो सुखविंदर, मैनू नरेंद्र तोमर की यह स्टेटमेंट जी उन्होंने अज दी है उसनू सुन के कोई हैरानी नहीं हुई, क्योंकि केंद्र सरकार का जिहड़ा रवैया है किसान अंदोलन का, जिहड़ा 26 तरीक तो पहला वाला किसान अंदोलन सी जिस तरह चल रहा सी और 26 तरीक नूं जो है उहदे बारे रवैया जिहड़ा है बहुत ही जिहड़ा है वो अजीबो गरीब सी। सरकार उस अंदोलन ते उहदे विच पार्टिसिपेट करने वाले लोगों नूं इस तरीके नाल लै रही सी। गलबात भी नो डाउट चल रही सी, लेकिन उन्हां दा रवैया ये सी जिस तरह किसी दुश्मन दे नाल जिहड़ी है वो कोई लड़ाई चल रही हुंदी है। तो इस करके जे अज नरेंद्र तोमर ने एक कहा इस वेले कि असीं कोई मुआवजा नहीं देवांगे तां मैनूं तां कोई हैरानी नहीं। सरकार दा एटीट्यूड शुरू दिन तो उस अंदोलन दे प्रति, जिस तरह उस अंदोलन नूं बजाए इहदे कि उहदी मंग दे वल ध्यान दे के उहनूं नजिठण दी कोशिश कीती जांदी, जिस तरह उहनूं टॉरपीडो करन दी कोशिश की गई, कदे ਉਹਦੇ ਤੇ ਖਾਲਿਸਤਾਨੀ ਅੰਦੋਲਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ, ਕਦੇ ਉੱਤੇ ਲੈਫਟਿਸਟ ਜਾਂ ਕਮਿਊਨਿਸਟ ਹੋਣ ਦਾ ਜਿਹੜਾ ਹੈ ਉਹ ਲੇਬਲ ਲਗਾਉਣ ਦੀ ਕੋਸ਼ਿਸ਼ ਕੀਤੀ। ਹਰ ਤਰ੍ਹਾਂ ਨਾਲ ਅਸੀਂ ਜਾਣਦੇ ਹਾਂ ਕਿਸ ਤਰ੍ਹਾਂ ਜਿਹੜੀ ਸਰਕਾਰ ਦੇ ਪਿੱਛੇ ਪਾਰਟੀ ਹੈ ਔਰ ਉਹਦੇ ਪਿੱਛੇ ਜਿਹੜੀ ਵਿਚਾਰਧਾਰਾ ਵਾਲੀ ਜਿਹੜੀ ਆਰਗੇਨਾਈਜੇਸ਼ਨ ਹੈ RSS, ਜਿਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਤੇ ਇਸ ਕਰਕੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਜੇ ਉਹਨਾਂ ਨੇ ਕਿਹਾ। ਔਰ ਮੈਨੂੰ ਪਤਾ ਹੈ ਕਿ ਸਰਕਾਰ ਉਦੋਂ ਤੱਕ ਜਿਹੜੀ ਹੈ ਕਿਸੇ ਵੀ ਮੰਗ ਨੂੰ ਨਹੀਂ ਮੰਨੂਗੀ ਜਦੋਂ ਤੱਕ ਉਸ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਜਿਹੜਾ ਹੈ ਸਾਡੇ ਅੰਦੋਲਨਕਾਰੀ ਜਿਹੜੇ ਹੁਣ ਦੁਆਰਾ 26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੇ ਜਿਹੜਾ ਫੋਕਸ ਚਲਾ ਗਿਆ ਚੌਧਰੀ ਰਕੇਸ਼ ਟਕੈਤ ਦੀ ਅਗਵਾਈ ਦੇ ਵਿੱਚ, ਜਦੋਂ ਤੱਕ ਇੱਕ ਪ੍ਰੈਸ਼ਰ ਨਹੀਂ ਬਣਿਆ ਸਰਵ ਭਾਰਤੀ ਲੈਵਲ ਦਾ, ਉਦੋਂ ਤੱਕ ਕੋਈ ਵੀ ਮੰਗ ਜਿਹੜੀ ਹੈ ਉਹ ਇੰਨੀ ਆਸਾਨੀ ਨਾਲ ਨਹੀਂ ਮੰਨੀ ਜਾਏਗੀ। ਔਰ ਮੰਗਾ ਮੰਨਣ ਦੇ ਬਾਵਜੂਦ ਵੀ ਜਿਹੜੀ ਇਸ ਸਰਕਾਰ ਦੇ ਪਿੱਛੇ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕਰੇਗੀ, ਕਿਉਂਕਿ ਉਹ ਬਹੁਤ ਤਿਲ ਮਿਲਾਏ ਹੋਏ ਨੇ ਕਿ ਉਹਨਾਂ ਦਾ ਜਿਹੜਾ ਏਜੰਡਾ ਹੈ, ਜਿਹੜਾ ਉਹਨਾਂ ਦਾ ਕਈ ਦਹਾਕਿਆਂ ਤੋਂ ਉਹਨਾਂ ਦਾ ਜਿਹੜਾ ਏਜੰਡਾ ਸੋਚੀ ਬੈਠੇ ਹੈ, ਉਸ ਨੂੰ ਉਹਨਾਂ ਨੂੰ ਨਾਫਿਜ਼ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ। ਉਹਨਾਂ ਨੂੰ ਦੇਸ਼ ਦੇ ਲੋਕਾਂ ਦੇ ਨਾਲ, ਇਸ ਦੇਸ਼ ਦੀ ਜਮਹੂਰੀਅਤ ਦੇ ਨਾਲ ਵਿੱਚ ਰੋਕ ਰਿਹਾ। ਮਾਫੀ ਚਾਹੁੰਦਾ, ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਹੁਣੇ ਮੁਲਾਕਾਤ ਕੀਤੀ ਹੈ ਹਰਜੀਤ ਗਰੇਵਾਲ ਤੇ ਜਿਹੜੇ ਜਾਣੀ ਹੈਗੇ ਸੁਰਜੀਤ ਕੁਮਾਰ ਜਾਣੀ, ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਇਹਨਾਂ ਦੋਵਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ। ਤਾਂ ਬਾਹਰ ਆ ਕੇ ਹਰਜੀਤ ਗਰੇਵਾਲ ਵੱਲੋਂ ਜਿਹੜੇ ਵੱਡੇ ਬਿਆਨ ਦਿੱਤੇ ਗਏ ਨੇ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਰਕਾਰ ਚਾਹੇ ਕਿ ਕਿਸਾਨ ਚਾਹਣ ਤਾਂ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਤੇ ਨਾਲ ਹੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਇਹ ਦਿੱਤਾ ਗਿਆ ਹੈ ਕਿ 26 ਜਨਵਰੀ ਨੂੰ ਦੰਗੇ ਭੜਕਾਉਣ ਦੀ ਜਿਹੜੀ ਹੈਗੀ ਹੈ ਕਵਾਇਦ ਸੀਗੀ, ਸ਼ਾਇਦ ਦੰਗੇ ਭੜਕਾਉਣਾ ਚਾਹੁੰਦੇ ਸੀ। ਦੀਪ ਸਿੱਧੂ ਵਰਗੇ ਲੋਕਾਂ ਨੇ ਗਲਤ ਕੀਤਾ ਹੈ। 84 ਵਰਗੇ ਦੰਗਿਆਂ ਦੀ ਜਿਹੜੀ ਹੈਗੀ ਆ ਉਹ ਕਹਿੰਦੇ ਭੜਕਾਉਣ ਦੀ ਸਾਜ਼ਿਸ਼ ਸੀ। ਵੱਡੀ ਗੱਲ ਇਹ ਕਹਿ ਦਿੱਤੀ 84 ਦੇ ਨਾਲ ਜੋੜ ਦਿੱਤਾ ਗਿਆ ਕਿ 26 ਜਨਵਰੀ ਨੂੰ 84 ਵਰਗੇ ਹਾਲਾਤ ਬਣਾਉਣ ਦੀ ਕੋਸ਼ਿਸ਼ ਸੀ। ਕਿਵੇਂ ਦੇਖਦੇ ਹੋ ਹਰਜੀਤ ਗਰੇਵਾਲ ਦੇ ਇਸ ਬਿਆਨ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ?
ਦੇਖੋ ਸੁਖਵਿੰਦਰ, ਆਪਾਂ ਪਹਿਲਾਂ ਵੀ ਇਹਨਾਂ ਨੇ ਦੋਨਾਂ ਨੇ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਕੀਤੀ ਸੀ ਇੱਕ ਦਫਾ। ਹੁਣ ਇਹਨਾਂ ਨੇ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ, ਆ ਕੇ ਇਹਨਾਂ ਨੇ ਬਿਆਨ ਦਿੱਤਾ। ਆਪਣੇ ਆਪ ਦੇ ਵਿੱਚ ਇਹ ਕੋਈ ਬਹੁਤ ਜ਼ਿਆਦਾ ਹੈਵੀ ਵੇਟ ਨਹੀਂ ਹੈਗੇ ਬੀਜੇਪੀ ਦੇ ਵਿੱਚ, ਪੰਜਾਬ ਦੀ ਬੀਜੇਪੀ ਦੇ ਨੇਤਾ ਹੈਗੇ ਹੈ। ਤੇ ਹਰਜੀਤ ਗਰੇਵਾਲ ਨੇ ਤਕਰੀਬਨ ਉਹੀ ਕਿਹਾ ਜੋ ਉਹਨਾਂ ਦੀ ਪਾਰਟੀ ਜਾਂ ਉਹਦੇ ਪਿੱਛੇ ਵਿਚਾਰਧਾਰਾ ਵਾਲੇ ਸੰਗਠਨ ਦਾ ਜੋ ਦ੍ਰਿਸ਼ਟੀਕੋਣ ਹੈ। ਹਾਂ, ਇਹ ਗੱਲ ਉਹਨਾਂ ਨੇ ਠੀਕ ਕਹੀ ਕਿ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਇਹ ਗੱਲ ਵੀ ਸੱਚ ਹੈ ਕਿਉਂਕਿ ਜੋ ਹੁਣ ਤੱਕ ਪੜਤਾਲ ਦੇ ਵਿੱਚ ਸਾਹਮਣੇ ਆਇਆ, ਜੋ ਦਿੱਲੀ ਪੁਲਿਸ ਦਾ ਰੋਲ ਆਇਆ, ਜਿਸ ਤਰੀਕੇ ਨਾਲ ਦਿੱਲੀ ਪੁਲਿਸ ਨੇ ਜਿਹੜਾ ਹੈ ਬੀਜੇਪੀ ਦੇ ਐਲੀਮੈਂਟਸ ਨੂੰ ਸ਼ੈਲਟਰ ਕੀਤਾ, ਤੇ ਮੈਂ ਸਮਝਦਾ ਇਹ ਦੰਗੇ ਭੜਕਾਉਣ ਦੀ ਕੋਸ਼ਿਸ਼ ਜਿਹੜੀ ਹੈ ਇਹ ਸਾਰੀ ਦੀ ਸਾਰੀ ਸਰਕਾਰ ਔਰ ਸਰਕਾਰ ਦੇ ਜਿਹੜੇ ਅੰਦਰ ਏਜੰਸੀਆਂ ਦੇ ਜਿਹੜੇ ਲੋਕ ਸੀ, ਇਨਕਲੂਡਿੰਗ ਦੀਪ ਸਿੱਧੂ, ਉਹਨਾਂ ਦੀ ਪਲੈਨਿੰਗ ਸੀ। ਕਿਉਂਕਿ ਉਹਨਾਂ ਨੂੰ ਜਿਹੜਾ ਹੈ ਉਹ ਰੋਕਿਆ ਗਿਆ ਸਹੀ ਰਸਤੇ ਤੇ ਜਾਣ ਤੋਂ। ਬਹੁਤ ਰਿਪੋਰਟਾਂ ਆ ਰਹੀਆਂ ਨੇ ਕਿ ਜਿੱਥੇ ਜਿੱਥੇ ਰੂਟ ਬਣਾਇਆ ਗਿਆ ਸੀ ਉਹਨਾਂ ਨੂੰ ਬੈਰੀਕੇਡ ਕਰਕੇ ਬੰਦ ਕੀਤਾ ਗਿਆ, ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਉਹ ਲਾਲ ਕਿਲੇ ਵੱਲ ਜਾਣ, ਔਰ ਕਈ ਜਗ੍ਹਾ ਦੇ ਉੱਤੇ ਪੈਟਰੋਲ ਬੰਬ ਔਰ ਦੂਸਰਾ ਜਿਹੜਾ ਇਸ ਤਰ੍ਹਾਂ ਦਾ ਸਾਜ਼ੋ ਸਮਾਨ ਲੈ ਕੇ ਲੋਕ ਇਸ ਤਰ੍ਹਾਂ ਦੇ ਧੜੇ ਜਿਹੜੇ ਹੈ ਸੜਕਾਂ ਦੇ ਆਲੇ ਦੁਆਲੇ ਵੀ ਤਿਆਰ ਸੀਗੇ ਕਿ ਉਹ ਉਸ ਤਰ੍ਹਾਂ ਦੀ ਉੱਥੇ ਮਾਰਕਾਟ ਕਰਨ ਤੇ ਦੰਗੇ ਭੜਕ ਸਕਦੇ ਸੀ। ਲੇਕਿਨ ਪਰਮਾਤਮਾ ਦੀ ਕਿਰਪਾ ਰਹੀ ਕਿ ਉਸ ਤਰ੍ਹਾਂ ਦਾ ਨਹੀਂ ਹੋਇਆ। ਸੋ ਕੋਸ਼ਿਸ਼ ਕੀਤੀ ਗਈ, ਔਰ ਇਸ ਕੋਸ਼ਿਸ਼ ਦਾ ਜਿਹੜਾ ਜ਼ਿੰਮਾ ਹੈ ਉਹ ਨਹੀਂ ਹੈ ਜੋ ਗਰੇਵਾਲ ਕਹਿ ਰਹੇ ਨੇ, ਉਹ ਜ਼ਿੰਮਾ ਬਲਕਿ ਉਹਨਾਂ ਦੀ ਹੀ ਜਮਾਤ ਦੇ ਉੱਤੇ ਜਾਣਾ ਚਾਹੀਦਾ, ਜੋ ਹੁਣ ਤੱਕ ਡਿਫਰੈਂਟ ਇੰਡੀਪੈਂਡੈਂਟ ਰਿਪੋਰਟਾਂ ਆ ਰਹੀਆਂ ਜੋ ਮੇਰੇ ਤੱਕ ਪਹੁੰਚੀਆਂ। ਤਾਂ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਵੱਲੋਂ ਕਿਹਾ ਕਿ ਦਿੱਲੀ ਪੁਲਿਸ ਨੇ ਵਧੀਆ ਕੰਮ ਕੀਤਾ ਤਾਂ ਇਹਨਾਂ ਨੂੰ ਰੋਕ ਲਿਆ ਗਿਆ, ਨਹੀਂ ਤਾਂ ਹਾਲਾਤ ਅਜਿਹੇ ਹੀ ਬਣਨੇ ਸੀ? ਇਸ ਗੱਲ ਦੇ ਉੱਤੇ ਤਾਂ ਹਾਸਾ ਹੀ ਲਿਆ ਜਾ ਸਕਦਾ ਹੈ। ਦਿੱਲੀ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਉਸ ਦਿਨ ਨਜ਼ਰ ਆਈ ਕਿ ਕਿਸ ਤਰੀਕੇ ਨਾਲ ਦਿੱਲੀ ਪੁਲਿਸ ਨੇ ਰੋਕਿਆ ਹੀ ਕਿਸੇ ਨੂੰ ਨਹੀਂ ਜਾਣ ਵੇਲੇ। ਉਹ ਲਾਲ ਕਿਲੇ ਤੱਕ ਲੋਕ ਪਹੁੰਚ ਗਏ, ਲਾਲ ਕਿਲੇ ਦੇ ਅੰਦਰ ਤੱਕ ਚਲੇ ਗਏ, ਲਾਲ ਕਿਲੇ ਦੇ ਅੰਦਰ ਜਾ ਕੇ ਤੋੜ-ਫੋੜ ਉਹਨਾਂ ਨੇ ਕੀਤੀ। ਹੋਰ ਜੋ ਸਾਰਾ ਕੁਝ ਕੀਤਾ ਉਹ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ। ਇਹ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਹੀ ਸਵਾਲੀਆ ਚਿੰਨ੍ਹ ਲਗਾਉਂਦਾ ਹੈ। ਤੇ ਜਦੋਂ ਉਹ ਲੋਕ ਵਾਪਸ ਆ ਰਹੇ ਸੀਗੇ, ਫਿਰ ਉਹਨਾਂ ਲੋਕਾਂ ਦੇ ਉੱਤੇ ਬੇਤਹਾਸ਼ਾ ਮਾਰ ਕੁਟਾਈ ਕੀਤੀ ਗਈ, ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਰਸਤਾ ਭਟਕਾਇਆ ਗਿਆ ਔਰ ਕਨਫਰੰਟੇਸ਼ਨ ਸਾਰੀ ਹੋਈ। ਤੇ ਉਹ ਦਿੱਲੀ ਪੁਲਿਸ ਦੀ ਮੈਂ ਤਾਂ ਉਸ ਨੂੰ ਫੇਲੀਅਰ ਹੀ ਕਹੂੰਗਾ, ਕਿਉਂਕਿ ਠੀਕ ਹੈ ਜੇ ਸਵੇਰੇ ਇੱਕ ਦੋ ਦਸਤੇ ਜਿਹੜੇ ਹੈ ਲੰਘ ਗਏ ਸੀਗੇ ਤਾਂ ਉਹਨਾਂ ਨੂੰ ਰੋਕਿਆ ਜਾ ਸਕਦਾ ਸੀ, ਬੈਰੀਕੇਡ ਲਗਾ ਕੇ ਰੋਕਿਆ ਜਾ ਸਕਦਾ ਸੀ। ਮੈਨੂੰ ਯਾਦ ਹੈ ਉਸ ਦਿਨ ਸਵੇਰੇ ਸਵੇਰੇ ਖਬਰਾਂ ਆ ਰਹੀਆਂ ਸੀ, ਜਿਹੜਾ ਮੁਕਰਬਾ ਚੌਂਕ ਹੈ ਉੱਥੇ ਜਿਹੜੀ ਹੈ ਪੁਲਿਸ ਖੜੀ ਸੀ ਔਰ ਉੱਥੇ ਕਿਹਾ ਜਾ ਰਿਹਾ ਸੀਗਾ ਕਿ ਸਿੰਘੂ बैरियर तो कुछ लोग पहला ही समय तो निकल गए और आधे घंटे में 40 मिनट में यहाँ तक पहुंच जाएंगे। तो पुलिस को काफी टाइम सी रिएक्ट ਕਰਨ ਦਾ, ਉਹਨਾਂ ਦੇ ਰਸਤੇ ਬਲੌਕ ਕਰਨ ਦਾ, ਲੇਕਿਨ ਉਹਨਾਂ ਨੂੰ ਕਿਸੇ ਨੂੰ ਰੋਕਿਆ ਨਹੀਂ ਗਿਆ ਔਰ ਉਹ ਚਲਦੇ ਚਲੇ ਗਏ ਔਰ ਉਹਨਾਂ ਦੇ ਜਿਹੜੇ ਰਸਤਾ ਸੀਗਾ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਔਰ ਜਿਹੜੇ ਰਸਤੇ ਲਾਲ ਕਿਲੇ ਨੂੰ ਜਾਣ ਵਾਲੇ ਸੀ ਉਧਰ ਨੂੰ ਵਾਲੇ ਪਾਸੇ ਗੁੰਮਰਾਹ ਕਰਕੇ ਤੋੜਿਆ ਗਿਆ ਕੁਝ ਲੋਕਾਂ ਦੁਆਰਾ, ਜਿਹਦੇ ਜ਼ਾਹਿਰ ਹੈ ਉਹ ਪੁਲਿਸ ਦੀ ਮਿਲੀ ਭੁਗਤ ਹੋਏਗੀ ਤਾਂ ਇਸ ਤਰੀਕੇ ਨਾਲ ਹੋਇਆ। ਅਦਰਵਾਈਜ਼ ਦਿੱਲੀ ਪੁਲਿਸ ਜਿਹੜੀ ਹੈ ਉਹ ਜਿਸ ਤਰ੍ਹਾਂ ਹੁਣ ਤਿਆਰੀ ਕਰ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ, ਤਾਂ ਪਹਿਲਾਂ ਵੀ ਕਰ ਸਕਦੀ ਸੀ। ਫੋਕਰ ਸਾਹਿਬ, ਸੁਪਰੀਮ ਕੋਰਟ ਨੇ ਹੁਣੇ ਇੱਕ ਫੈਸਲਾ ਕੀਤਾ ਹੈ, ਕਹਿੰਦੇ ਕਿ ਅਸੀਂ ਜਿਹੜੀ ਦਿੱਲੀ ਹਿੰਸਾ ਦੀ ਜਾਂਚ ਉਹਦੇ ਵਿੱਚ ਕੁਝ ਦਖਲ ਨਹੀਂ ਦੇ ਸਕਦੇ। ਕਿਵੇਂ ਦੇਖਦੇ ਹੋ ਕਿ ਇਹ ਕਿਸਾਨਾਂ ਦੇ ਪ੍ਰਤੀ ਇੱਕ ਵੱਡਾ ਝਟਕਾ ਹੀ ਹੈ, ਕਿਉਂਕਿ ਜਿਸ ਤਰੀਕੇ ਨਾਲ ਜਾਂਚ ਹੋਵੇਗੀ ਜਾਂ ਹੋ ਰਹੀ ਹੈ ਕਿ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਹੈਗੀ ਹੈ, ਜਿਸ ਤਰੀਕੇ ਦੇ ਨਾਲ ਫੜ ਕੇ ਲੋਕ ਜੇਲ੍ਹਾਂ 'ਚ ਡੱਕੇ ਜਾ ਰਹੇ ਆ? ਸੁਖਵਿੰਦਰ, ਫਿਰ ਮੈਂ ਇਹੀ ਗੱਲ ਕਹੂੰਗਾ, ਜਿਸ ਤਰ੍ਹਾਂ ਮੈਨੂੰ ਤੋਮਰ ਦੇ ਬਿਆਨ ਤੇ ਕੋਈ ਹੈਰਾਨੀ ਨਹੀਂ ਹੋਈ ਸੀ, ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ, ਜਸਟਿਸ ਬੋਬਡੇ ਨੇ ਜੋ ਕੁਝ ਕਿਹਾ ਇਸ ਤੇ ਅੱਜ ਦੇ ਬਾਰੇ, ਉਸ ਤੇ ਵੀ ਕੋਈ ਹੈਰਾਨੀ ਨਹੀਂ। ਸੁਪਰੀਮ ਕੋਰਟ ਕਿਸ ਤਰੀਕੇ ਨਾਲ ਇਸ ਸਾਰੇ ਮਾਮਲੇ ਦੇ ਉੱਤੇ ਔਰ ਦੂਸਰੇ ਮਾਮਲਿਆਂ ਦੇ ਉੱਤੇ ਕਿਸ ਤਰ੍ਹਾਂ ਸਰਕਾਰ ਦੇ ਅੱਗੇ ਲੰਮੀ ਪਈ ਹੋਈ ਹੈ, ਇਹ ਸਾਰੇ ਦੇਸ਼ ਦੇ ਵਾਸੀ ਜਿਹੜੇ ਹੈਗੇ ਉਹ ਜਾਣਦੇ ਹੈ। ਹਾਲਾਂਕਿ ਸੁਪਰੀਮ ਕੋਰਟ ਬੜੇ ਆਰਾਮ ਨਾਲ ਜੋ ਉਸ ਦਿਨ ਦਿੱਲੀ ਵਿੱਚ ਹੋਇਆ, ਸੁਪਰੀਮ ਕੋਰਟ ਦੀ ਨੱਕ ਦੇ ਥੱਲੇ ਹੋਇਆ, ਸੂਓ ਮੋਟੋ ਲਿਆ ਜਾ ਸਕਦਾ ਸੀ, ਦਿੱਲੀ ਪੁਲਿਸ ਨੂੰ ਤਲਬ ਕੀਤਾ ਜਾ ਸਕਦਾ ਸੀ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਲਿੱਪਿੰਗਸ ਆਈਆਂ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਣ ਦਿੱਤਾ ਗਿਆ ਔਰ ਕਿਸ ਤਰ੍ਹਾਂ ਇੰਨੀ ਬਰੂਟੈਲਿਟੀ ਜਿਹੜੀ ਹੈ ਉੱਥੇ ਹੋਈ। ਲੇਕਿਨ ਸੁਪਰੀਮ ਕੋਰਟ ਜਿਹੜੀ ਕਿ ਕਾਨੂੰਨ ਦੇ ਨਾਲ ਨਾਲ ਹਿਊਮਨ ਰਾਈਟਸ ਦੀ ਵੀ ਕਸਟੋਡੀਅਨ ਜਿਹੜੀ ਹੈ ਸਮਝੀ ਜਾਂਦੀ ਹੈ, ਲੇਕਿਨ ਉਹਨਾਂ ਨੂੰ ਤਾਂ ਜਿਹੜਾ ਹੈ ਸਰਕਾਰ ਦੇ ਦਬਾਅ ਤੋਂ ਇਲਾਵਾ ਉਹਨਾਂ ਨੂੰ ਹੋਰ ਕਿਸੇ ਗੱਲ ਦਾ ਫਿਕਰ ਨਹੀਂ ਹੈ। ਤੋ ਇਸ ਕਰਕੇ ਪਹਿਲਾਂ ਵੀ ਉਹਨਾਂ ਨੇ ਪੱਲਾ ਝਾੜਿਆ ਸੀ, ਦਿੱਲੀ ਪੁਲਿਸ ਨੂੰ ਕਿਹਾ ਸੀ ਅਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ। ਹੁਣ ਵੀ ਉਹਨਾਂ ਨੇ ਆਪਣਾ ਪੱਲਾ ਝਾੜ ਲਿਆ ਔਰ ਪੁਲਿਸ ਨੂੰ ਔਰ ਸਰਕਾਰ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ ਕਿ ਉਹ ਜਿਸ ਤਰ੍ਹਾਂ ਚਾਹਣ ਇਸ ਦੀ ਤਫਤੀਸ਼ ਕਰ ਸਕਦੇ ਆ, ਜਿਹਨੂੰ ਟੰਗਣਾ ਟੰਗ ਸਕਦੇ ਆ, ਜਿਹਨੂੰ ਛੱਡਣਾ ਛੱਡ ਸਕਦੇ ਆ। ਸੋ ਉਹ ਸਾਰਾ ਕੁਝ ਜਿਹੜਾ ਹੋਏਗਾ, ਤਾਂ ਮੇਰਾ ਖਿਆਲ ਹੈ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ ਸਾਡੇ ਦੇਸ਼, ਸਾਨੂੰ ਉਮੀਦ ਵੀ ਨਹੀਂ ਰੱਖਣੀ ਚਾਹੀਦੀ ਸੁਪਰੀਮ ਕੋਰਟ ਤੋਂ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਸਰਕਾਰੀ ਏਜੰਸੀ ਤੋਂ ਕਿ ਉਹ ਨਿਰਪੱਖ ਹੋ ਕੇ ਕੋਈ ਫੈਸਲਾ ਜਿਹੜਾ ਹੈ ਦੇ ਦੇਗੀ। ਸਾਫ਼ ਤੌਰ ਤੇ ਕਹਿੰਦਾ ਕਿ ਅਸੀਂ ਪੀਐਮ ਦਾ ਜਿਹੜੇ ਕਹਿੰਦੇ ਬਿਆਨ ਸੁਣਿਆ, ਅਸੀਂ ਉਹਦੇ ਨਾਲ ਸਹਿਮਤ ਹਾਂ ਕਿ ਸਹੀ ਤਰੀਕੇ ਨਾਲ ਜਾਂਚ ਹੋਊਗੀ, ਉਹਨਾਂ ਨੇ ਇਹ ਗੱਲ ਕਹਿਤੀ ਹੈ। ਹਾਂ ਸੁਖਵਿੰਦਰ, ਇਸ ਨੂੰ ਜਿਹੜਾ ਟਿਪੀਕਲੀ ਕਿਹਾ ਜਾਂਦਾ ਅੰਗਰੇਜ਼ੀ 'ਚ ਯੈਸ ਪ੍ਰਾਈਮ ਮਿਨਿਸਟਰ, ਯਾਨੀ ਜੋ ਪ੍ਰਧਾਨ ਮੰਤਰੀ ਕਹਿੰਦਾ ਉਹ ਠੀਕ ਹੀ ਠੀਕ ਹੈ। ਤੋ ਸੁਪਰੀਮ ਕੋਰਟ ਨੇ ਯੈਸ ਪ੍ਰਾਈਮ ਮਿਨਿਸਟਰ ਕਹਿਤਾ
ਉਹ ਕਹੀ ਜਾਂਦੇ ਸ਼ੁਰੂ ਤੋਂ ਯੈਸ ਪ੍ਰਾਈਮ ਮਿਨਿਸਟਰ ਵਾਲਾ ਕਲਚਰ ਬਣਿਆ ਹੋਇਆ, ਇਸ ਕਰਕੇ ਉਹ ਉਸ ਤਰ੍ਹਾਂ ਚੱਲੀ ਜਾਏਗਾ। ਤਾਂ ਕੋਈ ਹੈਰਾਨੀ ਦੀ ਗੱਲ ਨਹੀਂ। ਦਿੱਲੀ ਪੁਲਿਸ ਨੂੰ ਪਹਿਲਾਂ ਵੀ ਕੋਈ ਡਰ ਨਹੀਂ ਸੀਗਾ, ਉਹਨਾਂ ਨੂੰ ਪਤਾ ਸੀ ਕਿ ਸੁਪਰੀਮ ਕੋਰਟ ਜਿਹੜੀ ਉਹਨੂੰ ਟੇਮ ਕੀਤਾ ਜਾ ਸਕਦਾ। ਸਰਕਾਰ ਉਹ ਸੁਪਰੀਮ ਕੋਰਟ ਨੂੰ ਕਿੱਦਾਂ ਕੰਟਰੋਲ ਕਰ ਰਹੀ ਹੈ, ਦਿੱਲੀ ਪੁਲਿਸ ਨੂੰ ਵੀ ਪਤਾ ਸੀ, ਸਾਰਿਆਂ ਨੂੰ ਪਤਾ ਸੀ, ਤੇ ਇਸ ਕਰਕੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਹੁਣ ਉਹ ਬੜੇ ਬੇਖੌਫ ਹੋ ਕੇ ਜਿਸ ਤਰੀਕੇ ਨਾਲ ਉਹ ਚਾਹੁੰਦੇ ਉਸ ਤਰ੍ਹਾਂ ਦੀ ਤਫਤੀਸ਼ ਕਰਨਗੇ। ਜਿਸ ਕਿਸੇ ਨੂੰ ਵੀ ਛੱਡਣਾ ਬਖਸ਼ਣਾ ਉਹਨੂੰ ਬਖਸ਼ ਦੇਣਗੇ, ਜਿਸ ਕਿਸੇ ਨੂੰ ਵੀ ਇੰਪਲੀਕੇਟ ਕਰਨਾ ਉਹਨੂੰ ਕਰ ਲੈਣਗੇ। ਸੋ ਸਾਨੂੰ ਇਸ ਗੱਲ ਲਈ ਤਿਆਰ ਰਹਿਣਾ ਪਊਗਾ। ਹਾਲਾਤ ਇਸ ਤਰ੍ਹਾਂ ਦੇ ਹੀ ਹੁੰਦੇ ਚਲੇ ਜਾ ਰਹੇ ਨੇ। ਲੋਕਤੰਤਰ ਜਿਹੜਾ ਹੈ ਉਹ ਸਿਰਫ ਸਟਰਕਚਰ ਜਿਹੜਾ ਹੈ, ਢਾਂਚਾ ਰਹਿ ਗਿਆ ਹੈ। ਉਹਦੀ ਜਿਹੜੀ ਆਤਮਾ ਹੈ ਭਾਰਤੀ ਲੋਕਤੰਤਰ ਦੀ, ਉਹ ਤਕਰੀਬਨ ਜਿਹੜੀ ਹੈ ਮਰ ਚੁੱਕੀ ਹੈ। ਜੋ ਹਾਲਾਤ ਹੋ ਰਹੇ ਨੇ, ਤਾਂ ਸਾਨੂੰ ਇਹਨਾਂ ਗੱਲਾਂ ਲਈ ਤਿਆਰ ਹੋਣਾ ਪਏਗਾ। ਹੋ ਸਕਦਾ ਕਿਸੇ ਵੇਲੇ ਮੇਰੇ ਔਰ ਤੁਹਾਡੇ ਤੇ ਵੀ ਜਿਹੜਾ ਹੈ ਹੱਥ ਪਿਆ ਪਾਵੇ ਕੋਈ। ਸੋ ਸਭ ਕੁਝ ਸੰਭਵ ਹੈ ਇਹਨਾਂ ਹਾਲਾਤਾਂ 'ਚ। ਕਿਵੇਂ ਦੇਖਦੇ ਹੋ? ਨਾ ਤਾਂ ਸੜਕਾਂ ਤੇ ਆਵਾਜ਼ ਚੁੱਕਣ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ, ਉੱਥੇ ਵੀ ਇੱਕ ਖੁੱਲੀ ਜੇਲ੍ਹ ਦੇ ਤੌਰ ਤੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ। ਜਿਸ ਤਰੀਕੇ ਨਾਲ ਘੇਰਾਬੰਦੀ ਕੀਤੀ ਜਾ ਰਹੀ ਹੈ, ਕੰਧਾਂ ਕਰਕੇ ਸੂਲਾਂ ਲਗਾ ਕੇ ਨਾ ਆ ਸਕਦਾ ਨਾ ਜਾ ਸਕਦਾ, ਉੱਥੇ ਵੀ ਨਹੀਂ ਬੋਲਣ ਦਿੱਤਾ ਜਾ ਰਿਹਾ। ਨੈੱਟ ਬੰਦ ਕਰ ਦਿੱਤਾ ਗਿਆ, ਸੋਸ਼ਲ ਮੀਡੀਆ ਤੇ ਆਵਾਜ਼ ਨਹੀਂ ਚੁੱਕਣ ਦਿੱਤੀ ਜਾ ਰਹੀ, ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਨਹੀਂ ਚੁੱਕਣ ਦਿੱਤੀ ਜਾ ਰਹੀ। ਹੁਣੇ ਕਹਿੰਦੇ ਕਿ ਸੰਸਦ ਮੈਂਬਰ ਜਿਹੜੇ 3 ਸਸਪੈਂਡ ਕੀਤੇ ਨੇ, ਉਹਨਾਂ ਨੇ 3 ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀਗੀ, ਤਾਂ ਹੁਣ ਉਹ 3 ਜਿਹੜੇ ਸੰਸਦ ਨੇ ਉਹ ਸਸਪੈਂਡ ਕਰ ਦਿੱਤੇ ਗਏ। ਹਾਂ ਬਿਲਕੁਲ, ਜੋ ਰਵੱਈਆ ਸਰਕਾਰ ਦਾ ਸੰਸਦ ਤੋਂ ਬਾਹਰ ਹੈ ਉਹੀ ਰਵੱਈਆ ਉਹਨਾਂ ਦਾ ਸੰਸਦ ਦੇ ਵਿੱਚ ਹੈ, ਕਿਉਂਕਿ ਉਹਨਾਂ ਕੋਲ ਐਬਸੋਲੂਟ ਮੈਜੋਰਿਟੀ ਹੈ। ਉਹਨਾਂ ਨੂੰ ਕਿਸੇ ਦੀ ਲੋੜ ਨਹੀਂ। ਜਿਹੜੀ ਸਰਕਾਰ ਜਿਹੜੀ ਹੈ ਸ਼ਰੇਆਮ ਗੁੰਡਾਗਰਦੀ ਕਰਕੇ ਰਾਜ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਪਾਸ ਕਰਵਾ ਸਕਦੀ ਹੈ, ਜਿਸ ਸਦਨ 'ਚ ਉਹਨਾਂ ਨੂੰ ਮੈਜੋਰਿਟੀ ਨਹੀਂ, ਔਰ ਇਸ ਗੱਲ ਦੇ ਬਾਵਜੂਦ ਬਿੱਲ ਪਾਸ ਹੋ ਸਕਦੇ ਹੈ ਕਿ ਡਿਵੀਜ਼ਨ ਦੀ ਮੰਗ ਰੱਖੀ ਗਈ ਸੀ, ਤਾਂ ਉਹ ਸਰਕਾਰ ਕੁਝ ਵੀ ਕਰ ਸਕਦੀ ਹੈ। ਕਿਸੇ ਮੈਂਬਰ ਨੂੰ ਸਸਪੈਂਡ ਕਰਨਾ ਉਹਨਾਂ ਲਈ ਕੋਈ ਮੁਸ਼ਕਿਲ ਨਹੀਂ ਹੈ। ਉਹਨਾਂ ਨੂੰ ਕਿਸੇ ਮਰਿਆਦਾ ਦਾ, ਕਿਸੇ ਲੋਕਤੰਤਰ ਦਾ, ਕਿਸੇ ਲੋਕਾਂ ਦੀ ਭਾਵਨਾ ਦਾ ਕੋਈ ਖਿਆਲ ਨਹੀਂ ਹੈ। ਉਹਨਾਂ ਨੂੰ ਸਿਰਫ ਔਰ ਸਿਰਫ ਆਪਣਾ ਜਿਹੜਾ ਉਹਨਾਂ ਦਾ ਵਿਚਾਰਧਾਰਾ ਦਾ ਏਜੰਡਾ ਹੈ, ਜੋ ਬਹੁਤ ਦਹਾਕਿਆਂ ਤੋਂ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਹੈ, ਜਾਂ ਉਹਨਾਂ ਦਾ ਜਿਹੜਾ ਹੁਣ ਕਾਰਪੋਰੇਟ ਵਰਲਡ ਨਾਲ ਜਿਹੜੀ ਸਾਂਝ ਹੈ, ਉਸ ਨੂੰ ਪੁਗਾਉਣ ਤੋਂ ਇਲਾਵਾ ਉਹਨਾਂ ਦਾ ਕਿਸੇ ਹੋਰ ਚੀਜ਼ ਨਾਲ ਕੋਈ ਸਰੋਕਾਰ ਲੱਗਦਾ ਹੀ ਨਹੀਂ। ਤੇ ਇਸ ਕਰਕੇ ਉਹ 3 ਮੈਂਬਰ ਸਸਪੈਂਡ ਕੀਤੇ ਹੈ। ਜੇ ਹੋਰ ਕੋਈ ਜ਼ਿਆਦਾ ਉੱਥੇ ਸ਼ੋਰ ਸ਼ਰਾਬਾ ਕਰਨਗੇ, ਉਹਨਾਂ ਨੂੰ ਵੀ ਜਿਹੜਾ ਹੈ ਰਹਿੰਦੀ ਜਿਹੜੀ ਸੈਸ਼ਨ ਤੱਕ ਉਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ। ਤਾਂ ਫਿਰ ਮੈਂ ਜਿਸ ਤਰ੍ਹਾਂ ਪਹਿਲਾਂ 2 ਵਾਰੀ ਕਿਹਾ, ਹੁਣ ਤੀਸਰੀ ਵਾਰੀ ਫਿਰ ਕਹੂੰਗਾ ਕਿ ਇਸ ਤੇ ਵੀ ਮੈਨੂੰ ਕੋਈ ਹੈਰਾਨੀ ਨਹੀਂ। ਸਰਕਾਰ ਦੀ ਮਨਸ਼ਾ, ਉਸ ਦੀ ਸਾਰੀ ਕਾਰਗੁਜ਼ਾਰੀ ਬੜੀ ਸਪਸ਼ਟ ਹੈ, ਬੜੀ ਜ਼ਾਹਿਰ ਹੈ। ਉਹਨਾਂ ਦਾ ਕੋਈ ਜਿਹੜਾ ਹੈ ਲੁਕਿਆ ਛੁਪਿਆ ਨਹੀਂ ਰਿਹਾ। ਹੁਣ ਕੋਈ ਭੇਦ ਕੁਝ ਨਹੀਂ ਹੈ, ਸਭ ਕੁਝ ਸ਼ਰੇਆਮ ਨੰਗਾ ਹੋ ਚੁੱਕਾ ਹੈ, ਜਿਸ ਤਰੀਕੇ ਨਾਲ ਉਹ ਕੰਮ ਕਰਨਾ ਚਾਹੁੰਦੇ ਆ। ਕਿਵੇਂ ਦੇਖਦੇ ਹੋ ਕਿ ਇੱਕ ਕਿਸਾਨਾਂ ਦਾ ਜਿਹੜਾ ਵਫਦ, ਕਿਸਾਨ ਲੀਡਰਾਂ ਦਾ ਵਫਦ ਹੈ, ਉਹ ਜਾ ਕੇ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਉਹਨਾਂ ਨੂੰ ਮੰਗ ਕੀਤੀ ਗਈ ਹੈ ਕਿ ਤੁਸੀਂ ਜਿਹੜੇ ਸਾਡੇ ਲੋਕ ਜਿਹੜੇ ਉੱਥੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਉਹਨਾਂ ਨੂੰ ਰਿਹਾ ਕਰੋ। ਕੀ ਲੱਗਦਾ ਕਿ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਇਹ ਪਾਵਰ ਹੈ ਕਿ ਜਿਹੜੇ ਜੇਲ੍ਹ ਦੇ ਵਿੱਚ ਬੰਦ ਕੈਦੀ ਉਹਨਾਂ ਨੂੰ ਰਿਹਾ ਕੀਤਾ ਜਾਵੇ? ਦੇਖੋ, ਇਸ ਤਰ੍ਹਾਂ ਹੈ ਕਿ ਜਿਹੜਾ ਦਿੱਲੀ ਦਾ ਜਿਹੜਾ ਸਟੇਟਹੁੱਡ ਹੈ, ਦਿੱਲੀ B ਕੈਟੇਗਰੀ ਦੀ ਸਟੇਟ ਹੈ। ਉੱਥੋਂ ਦੇ ਮੁੱਖ ਮੰਤਰੀ ਕੋਲ ਜਾਂ ਉੱਥੋਂ ਦੀ ਸਰਕਾਰ ਕੋਲ ਬਹੁਤੀਆਂ ਸ਼ਕਤੀਆਂ ਨਹੀਂ ਹੈ। ਪੁਲਿਸ ਔਰ ਸਾਰਾ ਜਿਹੜਾ ਲਾਅ ਐਂਡ ਆਰਡਰ ਦਾ ਜ਼ਿੰਮੇਵਾਰੀ ਹੈ ਉਹ ਕੇਂਦਰੀ ਸਰਕਾਰ ਦੇ ਕੋਲ ਹੀ ਹੈ। ਉੱਥੇ ਲੈਫਟੀਨੈਂਟ ਗਵਰਨਰ ਦੇ ਥਰੂ ਉਹ ਆਪਣੀ ਮਨਮਰਜ਼ੀ ਨਾਲ ਕਰਦੇ ਹੈ। ਔਰ ਇਸ ਕਰਕੇ ਠੀਕ ਹੈ, ਵਫਦ ਕੇਜਰੀਵਾਲ ਕੋਲ ਗਿਆ। ਕੇਜਰੀਵਾਲ ਉਸ ਨੂੰ ਜਿੰਨਾ ਹੈ ਕਿੰਨਾ ਕੁ ਉਸ ਨੂੰ ਕਰ ਸਕਣਗੇ, ਕਿਉਂਕਿ ਉਹਨਾਂ ਦੇ ਉੱਤੇ ਵੀ ਕਈ ਕਿਸਮ ਦੇ ਪ੍ਰੈਸ਼ਰ ਨੇ। ਫਿਰ ਉਹਨਾਂ ਦੀ ਆਪਣੀ ਰਾਜਨੀਤਿਕ ਸੋਚ ਵੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਉਸ ਦੇ ਵਿੱਚੋਂ ਕੋਈ ਬਹੁਤਾ ਕੁਝ ਨਿਕਲੇਗਾ, ਕਿਉਂਕਿ ਕੇਜਰੀਵਾਲ ਸਾਰਾ ਦਾਰੋਮਦਾਰ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਉੱਤੇ ਸੁੱਟ ਦੇਣਗੇ। ਸੋ ਉਹਦਾ ਕੋਈ ਖਾਸ ਫਾਇਦਾ ਜਿਹੜਾ ਹੈ ਉਹ ਨਹੀਂ ਹੋਣ ਵਾਲਾ। ਹਾਲਾਂਕਿ ਔਰ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਜਿਹੜੀ ਦਿੱਲੀ ਪੁਲਿਸ ਹੈ ਆਪਣੇ ਤੌਰ ਦੇ ਉੱਤੇ ਅੱਗੇ ਵਧੀ ਜਾ ਰਹੀ ਹੈ। ਉਹਨਾਂ ਨੇ ਹੋਰ ਜ਼ਿਆਦਾ ਫੋਟੋਗ੍ਰਾਫ ਵੀ ਜਿਹੜੇ ਹੈ ਉਹ ਇਸ਼ੂ ਕੀਤੇ ਨੇ, ਜਿਨ੍ਹਾਂ ਨੂੰ ਉਹਨਾਂ ਨੂੰ ਸ਼ੱਕ ਹੈ ਕਿ ਇਹ ਲੋਕ ਦੰਗਿਆਂ 'ਚ ਸੀਗੇ। ਜਿਹੜੀ 26 ਜਨਵਰੀ ਨੂੰ ਜਿਹੜੀ ਹਿੰਸਾ ਹੋਈ ਉਹਦੇ 'ਚ ਉਹ ਸ਼ਾਮਿਲ ਸੀਗੇ। ਉਹਨਾਂ ਨੂੰ ਗ੍ਰਿਫਤਾਰੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮੈਂ ਦੇਖਿਆ ਕਿ ਦੀਪ ਸਿੱਧੂ ਦੇ ਉੱਤੇ ਵੀ 1 ਲੱਖ ਰੁਪਏ ਦੀ ਇਨਾਮ ਦੀ ਘੋਸ਼ਣਾ ਕੀਤੀ ਹੈ ਕਿ ਉਹਨੂੰ ਗ੍ਰਿਫਤਾਰ ਜਿਹੜਾ ਹੈ ਉਹ ਕਰਨਾ ਚਾਹੁੰਦੇ ਨੇ। ਤੋ ਉਹ ਆਪਣੀ ਸਪੀਡ ਨਾਲ ਬੇਪਰਵਾਹ ਹੋਏ ਬਿਲਕੁਲ ਤਰੀਕੇ ਨਾਲ ਚੱਲ ਰਹੇ ਹੈ। ਤੋ ਉਹਨਾਂ ਨੂੰ ਸਰਕਾਰ ਵੱਲੋਂ ਸਪਸ਼ਟ ਇਸ਼ਾਰਾ ਹੈਗਾ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸ ਅੰਦੋਲਨ ਨੂੰ ਕੁਝ। ਮਾਫੀ ਚਾਹੁੰਦਾ, ਮੈਂ ਰੋਕਣਾ ਚਾਹੁੰਦਾ ਕਿ ਇੱਥੇ ਵੱਡੀ ਖਬਰ ਇਹ ਆਈ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਵੱਡੇ ਇਲਜ਼ਾਮ ਰਾਕੇਸ਼ ਟਕੈਤ ਦੇ ਉੱਪਰ ਲਗਾਏ ਗਏ ਆ। ਉਹ ਕਹਿੰਦੇ ਕਿ ਰਾਕੇਸ਼ ਟਕੈਤ ਆ ਜਿਹੜਾ ਉਹ ਗੋਦੀ 'ਚ ਬੈਠਾ ਹੈ ਬੀਜੇਪੀ ਦੇ, ਤੇ ਇਹ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਇਹ ਅੰਦੋਲਨ ਨੂੰ ਵੇਚਣਾ ਚਾਹ ਰਹੀਆਂ ਨੇ, ਕਿਤੇ ਰਾਕੇਸ਼ ਟਕੈਤ ਅੰਦੋਲਨ ਨੂੰ ਵੇਚ ਨਾ ਦੇਣ। ਉਹਨਾਂ ਦੇ ਵੱਲੋਂ ਖਾਦਸ਼ਾ ਜਤਾ ਰਿਹਾ। ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਰਾਕੇਸ਼ ਟਕੈਤ ਨੂੰ ਦੁਬਾਰਾ ਟਰੈਕ ਤੇ ਚੜਾਉਣ ਦੇ, ਕਿਸਾਨ ਅੰਦੋਲਨ ਨੂੰ ਦੁਬਾਰਾ ਟਰੈਕ ਤੇ ਚੜਾਉਣ ਦਾ ਹੀਰੋ ਮੰਨਿਆ ਜਾ ਰਿਹਾ, ਤੇ ਦੂਜੇ ਪਾਸੇ ਗੁਰਨਾਮ ਜਿਹੜੇ ਚੜੂਨੀ ਹੈ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਰਾਕੇਸ਼ ਟਕੈਤ ਦੇ ਉੱਪਰ। ਦੇਖੋ, ਜਿਹੜੇ ਇਲਜ਼ਾਮ ਹੈ ਉਹ ਬੜੇ ਮੰਦਭਾਗੇ ਹੈ। ਮੈਨੂੰ ਉਹਨਾਂ ਦੀ ਇਲਜ਼ਾਮ ਦੇ ਪਿੱਛੇ
ਐਵੀਡੈਂਸ ਕੀ ਹੈ ਜਾਂ ਕਿਉਂ ਉਹਨਾਂ ਨੂੰ ਲੱਗਦਾ ਹੈ, ਇਹ ਵੀ ਮੈਨੂੰ ਨਹੀਂ ਸਮਝ ਆਉਂਦੀ। ਹਾਂ, ਇਹ ਜ਼ਰੂਰ ਹੈ ਕਿ ਰਕੇਸ਼ ਟਿਕੈਤ ਦੀ ਸਟੇਜ ਦੇ ਉੱਤੇ, ਗਾਜ਼ੀਪੁਰ ਮੋਰਚੇ ਦੇ ਉੱਤੇ ਡਿਫਰੈਂਟ ਪੋਲੀਟੀਕਲ ਪਾਰਟੀਆਂ ਦੇ ਲੋਕ ਜਾਣੇ ਆਉਣੇ ਸ਼ੁਰੂ ਹੋ ਗਏ, ਜਿਹੜੇ ਕਿ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਜਿਨ੍ਹਾਂ ਨੂੰ ਸਵੀਕਾਰ ਨਹੀਂ ਸੀ ਕੀਤਾ ਜਾ ਰਿਹਾ। ਇਹ ਇੱਕ ਮੇਜਰ ਡਿਫਰੈਂਸ ਆਫ ਓਪੀਨੀਅਨ ਸੀ। ਹੋਰ ਜਿਹੜਾ ਹੈ ਉਹ ਕੀ ਇਸ ਤਰ੍ਹਾਂ ਦਾ ਗੁਰਨਾਮ ਸਿੰਘ ਚੜੂਨੀ ਉਹਨਾਂ ਨੂੰ ਲੱਗਿਆ ਕਿ ਉਹ ਇੰਨੀ ਉਹਨਾਂ ਨੇ ਜਿਹੜੀ ਹੈ ਬਿਆਨ ਦੇ ਦਿੱਤਾ, ਲੇਕਿਨ ਜੋ ਵੀ ਬਿਆਨ ਦਿੱਤਾ ਬੜਾ ਮੰਦਭਾਗਾ। ਇਹ ਜਿਹੜਾ ਹੈ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਇੱਕ ਟ੍ਰੇਡ ਦੇ ਰੂਪ ਦੇ ਵਿੱਚ ਇਹਨੂੰ ਦੇਖਿਆ ਜਾਣਾ ਚਾਹੀਦਾ। ਇਹਦੇ ਨਾਲ ਇਹੋ ਜਿਹੀਆਂ ਟੈਂਡੈਂਸੀਜ਼ ਨਾਲ ਕਿਸਾਨ ਅੰਦੋਲਨ ਜਿਹੜਾ ਹੈ ਉਹ ਕਮਜ਼ੋਰ ਹੋਏਗਾ। ਬਲਕਿ ਚਾਹੀਦਾ ਤਾਂ ਇਹ ਸੀਗਾ ਕਿ ਮੀਟਿੰਗ ਬੁਲਾ ਕੇ ਇਕੱਠੇ ਇੱਕ ਫੈਸਲਾ ਹੁੰਦਾ। ਜੋ ਤੱਕ ਹੁਣ ਤੱਕ ਰਕੇਸ਼ ਟਿਕੈਤ ਬੋਲਦੇ ਆ ਰਹੇ ਨੇ, ਉਹਨਾਂ ਨੇ ਕਾਫੀ ਸਪਸ਼ਟ ਕਿਹਾ ਕਿ ਉਹ ਸਰਕਾਰ ਦੇ ਨਾਲ ਜਿਹੜਾ ਹੈਗਾ ਉਹ ਆਡਾ ਲੈਣ ਨੂੰ ਪੂਰਾ ਤਿਆਰ ਨੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪਰ ਗੁਰਨਾਮ ਸਿੰਘ ਚੜੂਨੀ ਹੀ ਇਹ ਬਿਹਤਰ ਦੱਸ ਸਕਦੇ ਆ ਕਿ ਕਿਉਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਰਕੇਸ਼ ਟਿਕੈਤ ਜਿਹੜਾ ਹੈ ਉਹ ਕੋਈ ਸਮਝੌਤਾ ਕਰ ਦੇਣਗੇ, ਕੋਈ ਇਸ ਤਰ੍ਹਾਂ ਦਾ ਸਮਝੌਤਾ ਕਰ ਲੈਣਗੇ। ਹਾਂ, ਉਹਨਾਂ ਦੇ ਜਿਹੜੇ ਤੇਵਰ ਹੈ, ਉਹਨਾਂ ਦੀ ਜਿਹੜੀ ਟੋਨ ਹੈ, ਕਾਫੀ ਗਰਮ ਔਰ ਡਿਸਟਰਬਡ ਸੀਗੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਇਸ ਦਾ ਜਵਾਬ ਤਾਂ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ ਕਿ ਉਹੀ ਇਸ ਦੇ ਬਾਰੇ ਫਰਦਰ ਖੁਲਾਸਾ ਜਿਹੜਾ ਹੈ ਕੀ ਕਰਦੇ ਆ। ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਹੁਣ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ, ਇੱਕ ਦੂਜੇ ਤੇ ਇਲਜ਼ਾਮਬਾਜ਼ੀ, ਪਹਿਲਾਂ ਦੀਪ ਸਿੱਧੂ ਹੋਣੀ ਜਿਹੜੇ ਸੀਗੇ ਤੇ ਲੱਖਾ ਸਧਾਣਾ ਹੋਣੀ ਸੀਗੇ ਤੇ ਪੰਜਾਬ ਦੀਆਂ ਜਥੇਬੰਦੀਆਂ ਨੇ, ਤੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਦੇ ਜਥੇਬੰਦੀਆਂ ਦੇ ਉੱਪਰ ਵੀ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ, ਤੇ ਹੁਣ ਗੁਰਨਾਮ ਚੜੂਨੀ ਦੇ ਵੱਲੋਂ ਰਕੇਸ਼ ਟਿਕੈਤ ਦੇ ਉੱਪਰ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਅੰਦੋਲਨ ਡਿਵਰਟ ਹੋ ਰਿਹਾ, ਕਿਤੇ ਨਾ ਕਿਤੇ ਨੁਕਸਾਨ ਵਾਲੇ ਪਾਸੇ ਨੂੰ ਤਾਂ ਨਹੀਂ ਚਲਾ ਜਾਏਗਾ? ਹਾਂ ਜੀ, ਇਹ ਜਿਹੜੇ ਟ੍ਰੈਂਡਸ ਨੇ, ਜੇ ਇਹਨਾਂ ਨੂੰ ਰੋਕਿਆ ਨਾ ਗਿਆ ਜਾਂ ਇਹ ਨਾ ਰੁਕੇ ਤਾਂ ਜ਼ਾਹਿਰ ਹੈ ਅੰਦੋਲਨ ਜਿਹੜਾ ਇੰਨੀ ਸਾਰਾ ਕੁਛ ਇੱਥੇ ਤੱਕ ਹੋਇਆ ਉਸ ਦੇ ਵਿੱਚ ਜਿਹੜੀ ਦਰਾਰ ਪਏਗੀ। ਔਰ ਇਹੀ ਸਰਕਾਰ ਔਰ ਸਰਕਾਰ ਦੀਆਂ ਏਜੰਸੀਆਂ ਚਾਹੁੰਦੀਆਂ ਸਨ। ਤੇ ਜੇ ਇਸ ਤਰ੍ਹਾਂ ਹੋਇਆ ਤੇ ਫਿਰ ਅਸੀਂ ਸਪਸ਼ਟ ਕਵਾਂਗੇ ਕਿ ਸਰਕਾਰ ਆਪਣੀ ਮਨਸ਼ਾ ਦੇ ਵਿੱਚ ਕਾਮਯਾਬ ਰਹੀ ਹੈ। ਅੰਦੋਲਨ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈ ਯੂਨਿਟੀ ਨਹੀਂ ਰੱਖ ਸਕੇਗਾ ਤਾਂ ਫਿਰ ਅੰਦੋਲਨ ਫੇਲ ਹੋ ਜਾਏਗਾ। ਕਿਉਂਕਿ ਜਿਸ ਤਰ੍ਹਾਂ ਦੀ ਕੋਈ ਵੀ ਅੰਦੋਲਨ ਜਦੋਂ ਨਾਰਮਲ ਹਾਲਾਤ ਦੇ ਵਿੱਚ ਵੀ ਹੁੰਦਾ ਤਾਂ ਉਹ ਆਪਣੀ ਅੰਦੋਲਨਕਾਰੀਆਂ ਦੀ ਜਾਂ ਉਹਨਾਂ ਦੀ ਲੀਡਰਸ਼ਿਪ ਦੀ ਏਕਤਾ ਦੇ ਨਾਲ ਹੀ ਜਿਹੜਾ ਹੈ ਔਰ ਉਹਨਾਂ ਦੀ ਜਿਹੜੀ ਮਕਸਦ ਦੀ ਸਪਸ਼ਟਤਾ ਹੈ ਉਹਦੇ ਨਾਲ ਹੀ ਕਾਮਯਾਬ ਹੁੰਦਾ ਹੈ। ਔਰ ਇਹੋ ਜਿਹੀ ਸਰਕਾਰ ਨਾਲ ਜਦੋਂ ਸਾਡਾ ਮੱਥਾ ਲੱਗਿਆ ਹੋਇਆ ਹੈ, ਜਿਹੜੀ ਬਿਲਕੁਲ ਪਰਵਾਹ ਨਹੀਂ ਕਰਦੀ, ਉੱਥੇ ਤਾਂ ਇਹ ਦੋ ਚੀਜ਼ਾਂ ਦੀ ਹੋਰ ਜ਼ਿਆਦਾ ਕਿਤੇ ਜ਼ਿਆਦਾ ਜ਼ਰੂਰਤ ਹੈ। ਤੇ ਜੇ ਇੱਥੇ ਇਹੋ ਜਿਹੀਆਂ ਦਰਾਰਾਂ ਸਾਨੂੰ ਨਜ਼ਰ ਆਉਣ ਲੱਗ ਪਈਆਂ ਤਾਂ ਫਿਰ ਅਸੀਂ ਬੜੇ ਨਿਰਾਸ਼ ਹੋਵਾਂਗੇ, ਸਾਰੇ ਲੋਕ ਨਿਰਾਸ਼ ਹੋਣਗੇ। ਔਰ ਇੱਕ ਵਾਰੀ ਜੇ ਇਹ ਅੰਦੋਲਨ ਫੇਲ ਹੋ ਗਿਆ ਤਾਂ ਫਿਰ ਦੁਬਾਰਾ ਜਿਹੜੀ ਹੈ ਇਸ ਤਰ੍ਹਾਂ ਦੀ ਜਦੋਜਹਿਦ ਜਿਹੜੀ ਹੈ ਨਹੀਂ ਹੋ ਸਕੇਗੀ। ਫਿਰ ਸਾਨੂੰ ਜਿਹੜਾ ਹੈ ਆਉਣ ਵਾਲੇ ਮਾੜੇ ਦਿਨਾਂ ਲਈ ਜਿਹੜਾ ਹੈ ਤਿਆਰ ਰਹਿਣਾ ਚਾਹੀਦਾ। ਫਿਰ ਕਿਸੇ ਤੇ ਕੋਈ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੀਆਂ ਆਪਣੀਆਂ ਕਮਜ਼ੋਰੀਆਂ ਕਾਰਨ ਹੀ ਫਿਰ ਇਹ ਅੰਦੋਲਨ ਫੇਲ ਹੋਏਗਾ, ਗਿਰੇਗਾ, ਲੋਕ ਨਿਰਾਸ਼ ਹੋਣਗੇ, ਹੋਰ ਨੁਕਸਾਨ ਹੋਏਗਾ। ਸੋ ਇਹ ਬੜੀ ਹੀ ਮੰਦਭਾਗੀ ਜਿਹੜੀ ਹੈ ਡਿਵੈਲਪਮੈਂਟ ਹੈ। ਔਰ ਮੇਰੀ ਅਪੀਲ ਹੈ, ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਦੂਸਰੇ ਕਿਸਾਨ ਨੇਤਾ ਨੇ ਉਹ ਇਕੱਠੇ ਹੋ ਕੇ ਇਸ ਟੈਂਡੈਂਸੀ ਨੂੰ ਰੋਕਣਗੇ। ਜੇ ਕੋਈ ਇਸ ਤਰ੍ਹਾਂ ਦੀ ਅਸਪਸ਼ਟਤਾ ਪੈਦਾ ਹੋਈ ਹੈ ਜਾਂ ਇਸ ਤਰ੍ਹਾਂ ਦੀ ਕੋਈ ਮਿਸਅੰਡਰਸਟੈਂਡਿੰਗ ਜਿਹੜੀ ਹੈ ਉਹਨਾਂ ਦੇ ਨਾਲ, ਰਕੇਸ਼ ਟਿਕੈਤ ਨਾਲ ਤੇ ਗੁਰਨਾਮ ਸਿੰਘ ਚੜੂਨੀ ਦੇ ਵਿੱਚ ਪੈਦਾ ਹੋਈ ਹੈ, ਉਸ ਨੂੰ ਮਿਲ ਬੈਠ ਕੇ ਦੂਰ ਕੀਤਾ ਜਾਣਾ ਚਾਹੀਦਾ ਹੈ। ਜੇ ਔਰ ਇਸੇ 'ਚ ਹੀ ਸਾਡੀ ਭਲਾਈ ਹੈਗੀ ਹੈ, ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ। ਨਹੀਂ ਤਾਂ ਫਿਰ ਉਹੀ ਹੋਏਗਾ ਜਿਸ ਦਾ ਸਾਨੂੰ ਕਈ ਦਿਨਾਂ ਤੋਂ ਡਰ ਸੀ, ਜੋ 26 ਜਨਵਰੀ ਤੋਂ ਬਾਅਦ ਔਰ ਉਸ ਤੋਂ ਪਹਿਲਾਂ ਵੀ ਸਾਜ਼ਿਸ਼ਾਂ ਹੁੰਦੀਆਂ ਰਹੀਆਂ। ਫਿਰ ਉਹ ਸਾਜ਼ਿਸ਼ਾਂ ਕਾਮਯਾਬ ਹੋ ਜਾਣਗੀਆਂ, ਫਿਰ ਅਸੀਂ ਕਿਸੇ ਨੂੰ ਗੁਲਾਮਾਂ ਦੇਣ ਜੋਗੇ ਨਹੀਂ ਹੋਵਾਂਗੇ। ਬਸ ਇਹੀ ਫਿਰ ਆਲਮ ਹੋਏਗਾ। ਬਿਲਕੁਲ। ਭੋਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਆਏ ਸਨ ਪ੍ਰੋਫੈਸਰ PS ਭੋਗਲ ਸਾਹਿਬ, ਜਿਨ੍ਹਾਂ ਨੇ ਅੱਜ ਦੀਆਂ ਕੁਝ ਅਹਿਮ ਖਬਰਾਂ ਦੇ ਉੱਪਰ, ਹੁਣ ਤੱਕ ਦੀਆਂ ਕੁਝ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਭੋਗਲ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਫਿਲਹਾਲ ਦੀ ਮੈਨੂੰ ਦਿਓ ਇਜਾਜ਼ਤ, ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਧੰਨਵਾਦ।